ਹਾਂਜੀ, ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ। ਪੰਜਾਬੀ ਐਜੂਕੇਸ਼ਨ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਸੋ ਪਿਆਰੇ ਬੱਚਿਓ, ਅੱਜ ਅਸੀਂ 7ਵੀਂ ਜਮਾਤ ਦਾ ਚੈਪਟਰ ਨੰਬਰ 22 22 ਨੰਬਰ ਪਾਠ, ਜਿਸ ਦਾ ਨਾਮ ਹੈ ਵਿਰਾਸਤ-ਏ ਖਾਲਸਾ। ਇਸ ਪਾਠ ਨੂੰ ਲਿਖਣ ਵਾਲੇ ਲੇਖਕ ਹਨ ਤਰਸੇਮ ਸਿੰਘ ਬੁੱਟਰ ਜੀ। ਸੋ ਪਿਆਰੇ ਬੱਚਿਓ, ਜਿਹੜਾ ਇਹ ਚੈਪਟਰ ਹੈ, ਇਹ ਇਸ ਦੇ ਨਾਮ ਤੋਂ ਹੀ ਸਾਨੂੰ ਇਸ ਚੀਜ਼ ਦਾ ਪਤਾ ਮਿਲਦਾ ਹੈ ਕਿ ਵਿਰਾਸਤ ਹੁੰਦੀ ਆ ਸਾਡੀ ਪੁਰਾਤਨ ਸੰਸਕ੍ਰਿਤੀ, ਸਾਡਾ ਕਲਚਰ, ਸਾਡਾ ਸੱਭਿਆਚਾਰ, ਸਾਡਾ ਪਿਛੋਕੜ। ਵਿਰਾਸਤ-ਏ-ਖਾਲਸਾ, ਖਾਲਸੇ ਦੀ ਵਿਰਾਸਤ ਨਾਲ ਸੰਬੰਧਿਤ ਉਹ ਸਮਾਰਕ ਜਿਸ ਵਿੱਚ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੀਆਂ ਯਾਦਾਂ ਨੂੰ ਇੱਕ ਇਮਾਰਤ ਦੇ ਵਿੱਚ ਫੋਟੋਆਂ ਦੇ ਰੂਪ ਵਿੱਚ, ਮੂਰਤੀਆਂ ਦੇ ਰੂਪ ਵਿੱਚ, ਵੱਖ-ਵੱਖ ਦ੍ਰਿਸ਼ਾਂ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਵਿਰਾਸਤ-ਏ-ਖਾਲਸਾ ਬੇਟਾ ਅਨੰਦਪੁਰ ਸਾਹਿਬ ਦੇ ਵਿੱਚ ਸੁਸ਼ੋਭਿਤ ਸਿੱਖ ਵਿਰਾਸਤ ਦੀ ਉਸ ਇਮਾਰਤ ਦਾ ਨਾਂ ਹੈ ਜਿਸ ਵਿੱਚ ਸਿੱਖ ਇਤਿਹਾਸ ਦੀ ਸ਼ੁਰੂਆਤ ਅਤੇ ਪੰਜਾਬੀ ਵਿਰਸਾ, ਪੁਰਾਤਨ ਕਲਚਰ, ਪੁਰਾਤਨ ਸੱਭਿਆਚਾਰ, ਹਰ ਇੱਕ ਚੀਜ਼ ਨੂੰ ਬਹੁਤ ਹੀ ਸੁਚੱਜਤਾ ਦੇ ਨਾਲ, ਬਹੁਤ ਹੀ ਸਹਿਜਤਾ ਅਤੇ ਸਲੀਕੇ ਦੇ ਨਾਲ ਬਣਾ ਕੇ ਪੇਸ਼ ਕੀਤਾ ਗਿਆ ਹੈ। ਸੋ ਜੋ ਵੀ ਬੱਚੇ ਫਿਜ਼ੀਕਲ ਤੌਰ 'ਤੇ ਇਸ ਵਿਰਾਸਤ-ਏ-ਖਾਲਸਾ ਇਮਾਰਤ ਨੂੰ ਵੇਖ ਕੇ ਆਏ ਹਨ, ਉਹਨਾਂ ਦੀ ਅੱਖਾਂ ਅੱਗੇ ਪੰਜਾਬ ਦਾ ਅਤੇ ਸਿੱਖ ਵਿਰਾਸਤ ਦਾ ਇਤਿਹਾਸ ਹੂ-ਬ-ਹੂ ਉਘੜ ਕੇ ਸਾਹਮਣੇ ਆਉਂਦਾ ਹੈ। ਸੋ ਇਹ ਜੋ ਵਿਰਾਸਤ-ਏ-ਖਾਲਸਾ ਇਮਾਰਤ ਹੈ, ਇਸ ਦੇ ਵਿੱਚ ਪੰਜਾਬ ਦੇ ਉੱਘੇ ਕਲਾਕਾਰਾਂ ਦੀਆਂ ਆਵਾਜ਼ਾਂ ਅਤੇ ਉਹਨਾਂ ਦੀ ਆਵਾਜ਼ ਦੇ ਵਿੱਚ, ਜਿਵੇਂ ਕਿ ਜੋ ਫੋਰਨਰ ਲੋਕ ਸਾਡੇ ਵਿਰਸੇ ਤੋਂ ਜਾਣੂ ਹੋਣਾ ਚਾਹੁੰਦੇ ਹਨ, ਜਾਂ ਉਹ ਅਦਰ ਸਟੇਟ ਦੇ ਲੋਕ, ਜਿਵੇਂ ਕੋਈ ਬਾਹਰ ਤੋਂ ਆਇਆ ਹੈ, ਉਸਨੇ ਪੰਜਾਬੀ ਕਲਚਰ ਨੂੰ ਜਾਣਨਾ ਹੈ, ਉਹਨਾਂ ਨੂੰ ਈਅਰਫੋਨ ਦਿੱਤੇ ਜਾਂਦੇ ਨੇ, ਜਿਵੇਂ ਅਸੀਂ ਹੈੱਡਫੋਨ ਲਗਾਉਂਦੇ ਹਾਂ, ਇਸ ਤਰ੍ਹਾਂ ਲਾ ਕੇ ਉਹ ਈਅਰਫੋਨ ਦੇ ਮਾਧਿਅਮ ਰਾਹੀਂ ਜਿਸ ਭਾਸ਼ਾ ਦੇ ਵਿੱਚ ਉਹ ਜਾਣਨਾ ਚਾਹੁੰਦੇ ਹਨ, ਜਿਵੇਂ ਹਿੰਦੀ ਦੇ ਵਿੱਚ ਵੀ, ਇੰਗਲਿਸ਼ ਦੇ ਵਿੱਚ ਅਤੇ ਪੰਜਾਬੀ ਦੇ ਵਿੱਚ, ਤੁਸੀਂ ਹੈੱਡਫੋਨ ਲਾ ਕੇ ਜੋ ਈਅਰਫੋਨ ਤੁਹਾਨੂੰ ਮਿਲਦਾ ਹੈ, ਤੁਸੀਂ ਆਪਣਾ ਆਧਾਰ ਕਾਰਡ ਉਸੇ ਕਾਊਂਟਰ 'ਤੇ ਜਮ੍ਹਾਂ ਕਰਵਾਉਂਦੇ ਹੋ ਅਤੇ ਜਿਸ ਵੀ ਪਿਕਚਰ ਦੇ ਤੁਸੀਂ ਸਾਹਮਣੇ ਜਾਂਦੇ ਹੋ, ਤੁਹਾਡੇ ਕੰਨਾਂ ਦੇ ਵਿੱਚ ਬੜੀ ਸੁਰੀਲੀ ਆਵਾਜ਼ ਦੇ ਵਿੱਚ ਤੁਹਾਨੂੰ ਉਸ ਫੋਟੋ ਬਾਰੇ ਜਾਣਕਾਰੀ ਜੋ ਪ੍ਰਦਾਨ ਕੀਤੀ ਜਾਂਦੀ ਹੈ। ਸੋ ਇਸ ਤਰ੍ਹਾਂ ਅਸੀਂ ਪੜਾਅ ਦਰ ਪੜਾਅ ਪਹਿਲਾਂ ਪੰਜਾਬੀ ਸੱਭਿਆਚਾਰ ਬਾਰੇ, ਪਿੰਡਾਂ ਦੇ ਮਾਹੌਲ ਬਾਰੇ ਜਾਣਦੇ ਹਾਂ। ਉਸ ਤੋਂ ਬਾਅਦ ਸਿੱਖ ਵਿਰਾਸਤ ਦਾ ਆਰੰਭ ਇੱਕ ਓਅੰਕਾਰ ਤੋਂ ਹੁੰਦਾ ਹੈ। ਉਸ ਤੋਂ ਬਾਅਦ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ 10 ਪਾਤਸ਼ਾਹੀਆਂ ਦਾ ਜਿਹੜਾ ਇਤਿਹਾਸ ਸਾਨੂੰ ਦਿਖਾਇਆ ਜਾਂਦਾ ਹੈ। ਫਿਰ ਖਾਲਸੇ ਦੀ ਸਿਰਜਣਾ ਕਿਸ ਤਰ੍ਹਾਂ ਹੋਈ, ਖਾਲਸਾ ਪੰਥ ਦੀ ਨੀਂਹ ਪੱਥਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਸ ਤਰ੍ਹਾਂ ਅਨੰਦਪੁਰ ਤੋਂ ਖੰਡੇ ਬਾਟੇ ਦੀ ਪਹੁਲ ਤਿਆਰ ਕਰਕੇ ਖਾਲਸੇ ਨੂੰ ਸਾਜਿਆ, ਅਤੇ ਉਸ ਤੋਂ ਬਾਅਦ ਖਾਲਸੇ ਦੀ ਜੋ ਚੜ੍ਹਦੀ ਕਲਾ ਰਹੀ, ਉਸ ਦਾ ਇਤਿਹਾਸ ਆਉਂਦਾ ਹੈ ਕਿ ਜਿਵੇਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ, ਵੱਖ-ਵੱਖ ਜਿਹੜੀਆਂ ਮਿਸਲਾਂ ਪੰਜਾਬ ਦੇ ਵਿੱਚ ਹੋਈਆਂ ਨੇ, ਉਹਨਾਂ ਦੀ ਜਾਣਕਾਰੀ ਸਾਨੂੰ ਵਿਰਾਸਤ-ਏ-ਖਾਲਸਾ ਦੇ ਵਿੱਚੋਂ ਮਿਲਦੀ ਹੈ। ਸੋ ਜਿਹੜੀ ਜਾਣਕਾਰੀ ਹੈ ਉਸ ਨੂੰ ਦੇਣ ਦਾ ਮਾਧਿਅਮ ਇੰਨਾ ਅੱਛਾ ਹੈ ਕਿ ਬਹੁਤ ਖੂਬਸੂਰਤ ਫੋਟੋਆਂ, ਅਤੇ ਅੰਦਰ ਵਿਰਾਸਤ-ਏ-ਖਾਲਸਾ ਦੇ ਵਿੱਚ ਖਾਲਸਾ ਦੀ ਸਿਰਜਣਾ ਸੰਬੰਧੀ ਇੱਕ ਬਹੁਤ ਸੋਹਣੀ ਮੂਵੀ ਵੀ ਵਿਖਾਈ ਜਾਂਦੀ ਹੈ। ਸੋ ਇਸੇ ਤਰ੍ਹਾਂ ਪੜਾਅ ਦਰ ਪੜਾਅ ਜਿਹੜੀਆਂ ਵਿਰਾਸਤ-ਏ-ਖਾਲਸਾ ਦੇ ਵਿੱਚ ਇਮਾਰਤਾਂ ਬਣਾਈਆਂ ਗਈਆਂ ਹਨ, ਉਹਨਾਂ ਦੇ ਵਿੱਚ ਤੁਹਾਨੂੰ ਬਹੁਤ ਸਾਫ਼ ਸਫਾਈ ਵੀ ਮਿਲੇਗੀ ਅਤੇ ਬੜੇ ਅਨੁਸ਼ਾਸਿਤ ਢੰਗ ਦੇ ਨਾਲ ਸਾਰੇ ਜਿਹੜੇ ਉੱਥੇ ਦਰਸ਼ਕ ਇਸ ਇਮਾਰਤ ਦੇ ਵਿੱਚ ਸਿੱਖ ਵਿਰਾਸਤ ਨੂੰ ਵੇਖਣ ਜਾਂਦੇ ਹਨ, ਇਸ ਇਮਾਰਤ ਨੂੰ ਵੇਖਦੇ ਹਨ ਅਤੇ ਭਰਪੂਰ ਆਨੰਦ ਮਾਣਦੇ ਹਨ। ਸੋ ਬੱਚਿਓ, ਜਦੋਂ ਵੀ ਤੁਹਾਨੂੰ ਭਵਿੱਖ ਦੇ ਵਿੱਚ ਕਿਤੇ ਇੱਥੇ ਜਾਣ ਦਾ ਮੌਕਾ ਮਿਲੇ ਤਾਂ ਤੁਸੀਂ ਨੇ ਜ਼ਰੂਰ ਜਾਣਾ ਹੈ ਅਤੇ ਸਿੱਖ ਵਿਰਾਸਤ ਤੋਂ ਜਾਣੂ ਹੋਣਾ ਹੈ। ਸੋ ਇਸ ਚੈਪਟਰ ਬਾਰੇ ਜੇ ਅਸੀਂ ਔਰਲੀ ਗੱਲਾਂ ਕਰੀਏ ਤਾਂ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਹਨ। ਸੋ ਇਸ ਚੈਪਟਰ ਨੂੰ ਤੁਸੀਂ ਆਪਣੀ ਪਾਠ ਪੁਸਤਕ ਦੇ ਵਿੱਚ ਬੜੇ ਧਿਆਨ ਦੇ ਨਾਲ ਸੁਣਨਾ ਹੈ। ਸੋ ਇਸ ਚੈਪਟਰ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਕੁਐਸਚਨ ਬਣਦੇ ਹਨ, ਆਓ ਅਸੀਂ ਉਹਨਾਂ 'ਤੇ ਵਿਚਾਰ ਕਰਦੇ ਹਾਂ ਅਤੇ ਉਹਨਾਂ ਨੂੰ ਸਮਝਦੇ ਹਾਂ। ਪਹਿਲਾ ਕੁਐਸਚਨ ਹੈ ਊੜਾ, ਵਿਰਾਸਤ-ਏ-ਖਾਲਸਾ ਕਿੱਥੇ ਬਣਿਆ ਹੋਇਆ ਹੈ?
ਇਸ ਦਾ ਉੱਤਰ ਹੈ ਕਿ ਵਿਰਾਸਤ-ਏ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਣਿਆ ਹੋਇਆ ਹੈ। ਅਗਲਾ ਸਵਾਲ ਹੈ ਐੜਾ, ਵਿਰਾਸਤ-ਏ ਖਾਲਸਾ ਦੀ ਸਥਾਪਨਾ ਦਾ ਮੂਲ ਉਦੇਸ਼ ਕੀ ਹੈ? ਸੋ ਇਹ ਬੇਟਾ ਜਿਹੜਾ ਸਵਾਲ ਉਹ ਇਹ ਬਣਦਾ ਹੈ ਕਿ ਵਿਰਾਸਤ-ਏ ਖਾਲਸਾ ਇਮਾਰਤ ਕਿਉਂ ਬਣਾਈ ਗਈ ਹੈ, ਕਿਸ ਉਦੇਸ਼ ਨੂੰ ਲੈ ਕੇ ਬਣਾਈ ਗਈ ਹੈ, ਇਹ ਇਮਾਰਤ ਵਿੱਚ ਕੀ ਉਦੇਸ਼ ਲੁਕਿਆ ਹੈ ਜਿਸ ਕਰਕੇ ਇਸ ਨੂੰ ਬਣਾਇਆ ਗਿਆ ਹੈ। ਸੋ ਆਓ ਪੜ੍ਹਦੇ ਹਾਂ ਕਿ ਵਿਰਾਸਤ-ਏ ਖਾਲਸਾ ਦਾ ਮੂਲ ਉਦੇਸ਼ ਭਾਵ ਮੁੱਖ ਉਦੇਸ਼ ਅਮੀਰ ਸਿੱਖ ਵਿਰਾਸਤ ਅਤੇ ਸਿੱਖ ਧਰਮ ਸਦੀਵੀ ਸਿੱਖ ਧਰਮ ਦੇ ਆਪਾਂ ਇੱਥੇ ਨਾਲ ਸ਼ਬਦ ਲਾ ਸਕਦੇ ਹਾਂ ਕਿ ਸਿੱਖ ਧਰਮ ਦੇ ਸਦੀਵੀ ਹੁੰਦਾ ਬੇਟਾ ਸਦਾ ਲਈ ਰਹਿਣ ਵਾਸਤੇ, ਸਦੀਵੀ ਸੰਦੇਸ਼ਾਂ ਨੂੰ ਉਜੋਕੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਦਾ ਚਿੱਤਰਨ ਕਰਨਾ ਹੈ। ਹੁਣ ਬੇਟਾ ਜੀ ਇਹਨੂੰ ਸਧਾਰਨ ਸ਼ਬਦਾਂ ਦੇ ਵਿੱਚ ਅਸੀਂ ਸਮਝਣਾ ਹੋਵੇ ਕਿ ਇਸ ਇਮਾਰਤ ਨੂੰ ਬਣਾਉਣ ਦਾ ਜਿਹੜਾ ਮੁੱਖ ਉਦੇਸ਼ ਉਹ ਇਹ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਵਿਰਾਸਤ ਦਾ ਪਤਾ ਲੱਗੇ ਅਤੇ ਸਿੱਖ ਧਰਮ ਦੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਚੱਲੇ ਆ ਰਹੇ ਮੂਲ ਸੰਦੇਸ਼ ਨੇ ਉਹਨਾਂ ਦੀ ਜਾਣਕਾਰੀ ਮਿਲ ਸਕੇ ਅਤੇ ਜਿਹੜੀਆਂ ਅੱਜ ਦੀ ਪੀੜ੍ਹੀ ਹੈ ਅਤੇ ਅੱਜ ਦੀ ਪੀੜ੍ਹੀ ਤੋਂ ਬਾਅਦ ਵਾਲੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਆਪਣੇ ਅਮੀਰ ਸਿੱਖ ਵਿਰਾਸਤ, ਸਿੱਖ ਇਤਿਹਾਸ ਅਤੇ ਆਪਣੇ ਪੰਜਾਬੀ ਕਲਚਰਲ ਆਪਣੇ ਪੰਜਾਬੀ ਵਿਰਸੇ ਦੀ ਉਹ ਜਾਣਕਾਰੀ ਪ੍ਰਾਪਤ ਕਰ ਸਕਣ। ਇਸ ਕਰਕੇ ਬੇਟਾ ਇਸ ਨੂੰ ਬਣਾਇਆ ਗਿਆ ਹੈ। ਸੋ ਆਓ ਪੜ੍ਹਦੇ ਹਾਂ ਈਡੀ ਕੁਐਸਚਨ ਕਿ ਵਿਰਾਸਤ-ਏ ਖਾਲਸਾ ਦੇ ਪੱਛਮੀ ਅਤੇ ਪੂਰਬੀ ਹਿੱਸੇ ਦੀਆਂ ਮੁੱਖ ਇਮਾਰਤਾਂ ਦੇ ਨਾਂ ਲਿਖੋ। ਇਹ ਬੇਟਾ ਜਦੋਂ ਅਸੀਂ ਇਮਾਰਤ ਨੂੰ ਦੇਖਦੇ ਹਾਂ ਚਾਰੋਂ ਸਾਈਡਾਂ ਦੇ ਉੱਪਰੋਂ ਦੇਖਦੇ ਹਾਂ ਅਤੇ ਇਹਦੇ ਵਿੱਚ ਜਿਹੜਾ ਪੂਰਬੀ ਅਤੇ ਪੱਛਮੀ ਇਹਦੇ ਹਿੱਸੇ ਦੇ ਵਿੱਚ ਬੇਟਾ ਜਿਹੜੀਆਂ ਇਮਾਰਤਾਂ ਆਉਂਦੀਆਂ ਨੇ ਉਹਨਾਂ ਦਾ ਕੀ ਨਾਮ ਹੈ, ਉਹ ਕਿੱਥੇ ਕਿੱਥੇ ਬਣੀਆਂ ਹੋਈਆਂ ਹਨ। ਜਦੋਂ ਅਸੀਂ ਚੈਪਟਰ ਨੂੰ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਤਾਂ ਤੁਹਾਨੂੰ ਭਰਪੂਰ ਜਿਹੜੀ ਜਾਣਕਾਰੀ ਹਾਸਲ ਹੁੰਦੀ ਹੈ। ਸੋ ਆਓ ਆਪਾਂ ਪੜ੍ਹਦੇ ਹਾਂ ਉੱਤਰ ਕਿ ਵਿਰਾਸਤ-ਏ ਖਾਲਸਾ ਦੇ ਪੱਛਮੀ ਹਿੱਸੇ ਵਿੱਚ ਪੁਸਤਕਾਲਿਆ ਜਿਹਨੂੰ ਲਾਇਬ੍ਰੇਰੀ ਬੋਲਦੇ ਹਾਂ, ਪੁਸਤਕਾਲਿਆ, ਸਰੋਤਾ ਭਵਨ ਜਿੱਥੇ ਸਰੋਤੇ ਆਉਂਦੇ ਹਨ, ਬੈਠਦੇ ਨੇ, ਰੁਕਦੇ ਨੇ, ਅਤੇ ਪ੍ਰਦਰਸ਼ਨੀ ਹਾਲ ਹੈ, ਪ੍ਰਦਰਸ਼ਨੀ ਜਿਹਦੇ ਵਿੱਚ ਅਸੀਂ ਐਗਜੀਬਿਸ਼ਨ ਵਗੈਰਾ ਲਗਾਉਂਦੇ ਹਾਂ, ਅਤੇ ਪੂਰਬੀ ਭਾਗ ਵਿੱਚ ਕਿਸ਼ਤੀ ਇਮਾਰਤ ਜਦੋਂ ਅਸੀਂ ਉਹਨੂੰ ਵੇਖਦੇ ਹਾਂ ਉਸ ਸਾਈਡ ਤੋਂ ਜਦੋਂ ਅਸੀਂ ਐਂਟਰ ਕਰਦੇ ਹਾਂ ਪੂਰਬੀ ਭਾਗ ਤੋਂ, ਅਤੇ ਉਸ ਤੋਂ ਬਾਅਦ ਇਹ ਦੱਸਦੇ ਨੇ ਕਿ ਪੂਰਬੀ ਭਾਗ ਦੇ ਵਿੱਚ ਕਿਹੜੀਆਂ ਕਿਹੜੀਆਂ ਇਮਾਰਤਾਂ ਨੇ, ਕਿਸ਼ਤੀ ਇਮਾਰਤ, ਢੋਲ ਇਮਾਰਤ, 5 ਫੁੱਲ ਪੱਤੀ ਇਮਾਰਤ ਅਤੇ ਦੂਜ ਤੇ ਚੰਦ ਦਾ ਕਲਗੀਨੁਮਾ ਇਮਾਰਤ ਸ਼ਾਮਲ ਹੈ। ਸੋ ਬੇਟਾ ਇਹ ਜਿਹੜੀ ਕਿਸ਼ਤੀ ਇਮਾਰਤ ਕੀ ਹੈ ਇਹਦੇ ਬਾਰੇ ਜਦੋਂ ਅਸੀਂ ਪਾਠ ਪੜ੍ਹਦੇ ਹਾਂ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਮਿਲਦੀ ਹੈ। ਢੋਲ ਇਮਾਰਤ ਬਾਰੇ ਅਸੀਂ ਜਦੋਂ ਚੈਪਟਰ ਪੜ੍ਹਦੇ ਹਾਂ ਬਹੁਤ ਖੂਬ ਜਾਣਕਾਰੀ ਮਿਲਦੀ ਹੈ। 5 ਫੁੱਲ ਪੱਤੀ ਇਮਾਰਤ ਦਾ ਵੀ ਇਸ ਚੈਪਟਰ ਦੇ ਵਿੱਚ ਜ਼ਿਕਰ ਹੈ। ਦੂਜ ਦੇ ਚੰਦ ਜਾਂ ਕਲਗੀਨੁਮਾ ਇਮਾਰਤ ਬਾਰੇ ਵੀ ਇਸ ਚੈਪਟਰ ਵਿੱਚ ਦੱਸਿਆ ਗਿਆ ਹੈ। ਇੱਥੇ ਸਵਾਲ ਦੇ ਵਿੱਚ ਸਿਰਫ ਅਸੀਂ ਉਹਨਾਂ ਇਮਾਰਤਾਂ ਦੇ ਨਾਮ ਲਏ ਹਨ ਜੋ ਪੂਰਬ ਅਤੇ ਪੱਛਮੀ ਭਾਗ ਵਿੱਚ ਪਾਈਆਂ ਜਾਂਦੀਆਂ ਹਨ। ਸੋ ਆਓ ਗੱਲ ਕਰਦੇ ਹਾਂ ਸਵਾਲ ਨੰਬਰ 6 ਕਿ ਕਿਸ਼ਤੀਨੁਮਾ ਇਮਾਰਤ ਵਿੱਚ ਸਥਾਪਿਤ ਪਹਿਲੀ ਗੈਲਰੀ 'ਚ ਕੀ ਕੁਝ ਵੇਖਣ ਸੁਣਨ ਨੂੰ ਮਿਲਦਾ ਹੈ। ਸੋ ਉੱਪਰਲੇ ਸਵਾਲ ਦੇ ਵਿੱਚ ਜੋ ਲਿਖਿਆ ਹੈ ਨਾ ਕਿਸ਼ਤੀਨੁਮਾ ਇਮਾਰਤ, ਹੁਣ ਅਗਲਾ ਸਵਾਲ ਉਸੇ ਇਮਾਰਤ ਨਾਲ ਸੰਬੰਧ ਰੱਖਦਾ ਹੈ। ਇਸ ਵਿੱਚ ਕੀ ਕੁਝ ਹੈ ਆਓ ਜਾਣਦੇ ਹਾਂ। ਉੱਤਰ ਇਸ ਪੁਰਾਤਨ ਪੰਜਾਬ ਤੋਂ ਲੈ ਕੇ ਇਸ ਵਿੱਚ ਪੁਰਾਤਨ ਪੰਜਾਬ ਤੋਂ ਲੈ ਕੇ ਆਧੁਨਿਕ ਪੰਜਾਬ ਤੱਕ ਦੇ ਵਿਕਾਸ ਦੀ ਰੰਗਲੀ ਝਾਕੀ ਵੇਖਣ ਨੂੰ ਮਿਲਦੀ ਹੈ। ਪੁਰਾਤਨ ਬੇਟਾ ਕਿ ਪਿੰਡਾਂ ਦੇ ਕੱਚੇ ਘਰਾਂ ਤੋਂ ਲੈ ਕੇ ਜੋ ਆਧੁਨਿਕ ਪੱਕੇ ਘਰ ਉਸ ਤੱਕ ਦੇ ਸਫ਼ਰ ਨੂੰ ਇਸ ਪੁਰਾਤਨ ਇਮਾਰਤ ਦੇ ਰੂਪ ਦੇ ਵਿੱਚ ਜਾਂ ਪੁਰਾਤਨ ਕਲਚਰ ਦੇ ਰੂਪ ਵਿੱਚ ਜਿਹੜੀ ਤੁਹਾਨੂੰ ਝਲਕ ਮਿਲਦੀ ਹੈ ਉਹ ਕਿਸ਼ਤੀਨੁਮਾ ਇਮਾਰਤ ਵਿੱਚ ਵੇਖਣ ਨੂੰ ਮਿਲਦੀ ਹੈ। ਇੱਥੇ ਹੋਰ ਕੀ ਹੈ, ਇੱਥੇ ਇਸ ਇਮਾਰਤ ਦੇ ਵਿੱਚ ਜਦੋਂ ਅਸੀਂ ਐਂਟਰ ਕਰਦੇ ਹਾਂ ਉੱਥੋਂ ਸ਼ੁਰੂਆਤ ਹੁੰਦੀ ਹੈ। ਇੱਥੇ ਹਨੇਰੇ ਵਿੱਚ ਚਿੜੀਆਂ ਦੇ ਬੋਲਣ ਦੀ ਆਵਾਜ਼, ਅੰਮ੍ਰਿਤ ਵੇਲੇ ਜਦੋਂ ਚਿੜੀਆਂ ਬੋਲਦੀਆਂ ਨੇ ਉਹ ਤੁਹਾਨੂੰ ਜਦੋਂ ਕੰਨਾਂ ਦੇ ਵਿੱਚ ਸਾਊਂਡ ਪੈਂਦੀ ਆ ਬਿਲਕੁਲ ਇੱਦਾਂ ਲੱਗਦਾ ਕਿ ਅਸੀਂ ਸਵੇਰੇ ਦੇ ਸਵਖਤੇ 4 ਵਜੇ ਉੱਠ ਗਏ ਹਾਂ ਅਤੇ ਚਿੜੀਆਂ ਦੀ ਚੀਂ-ਚਿਹਾਟ ਦੀ ਆਵਾਜ਼ ਤੁਹਾਨੂੰ ਉਸੇ ਤਰ੍ਹਾਂ ਅਨੁਭਵ ਹੁੰਦੀ ਹੈ। ਬਹੁਤ ਸੁਰੀਲੀ ਜਿਹੜੀ ਸਾਊਂਡ ਹੈ ਇਸ ਇਮਾਰਤ ਵਿੱਚ ਤੁਹਾਨੂੰ ਸੁਣਨ ਨੂੰ ਮਿਲਦੀ ਹੈ।
ਅੱਗੇ ਵੱਖ-ਵੱਖ ਧਾਰਮਿਕ ਅਸਥਾਨਾਂ 'ਚੋਂ ਨਿਕਲਦੀਆਂ ਆਵਾਜ਼ਾਂ ਅਤੇ ਸੰਗੀਤਕ ਬੋਲ ਸੁਣਨ ਨੂੰ ਮਿਲਦੇ ਹਨ। ਸੋ ਬੇਟਾ ਇਹਦੇ ਵਿੱਚ ਤੁਸੀਂ ਅਨੁਭਵ ਕਰੋਗੇ ਅੱਲਾਹੂ ਅਕਬਰ, ਇਹਦੀ ਆਵਾਜ਼ ਸੁਣੂਗੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਪਜੀ ਸਾਹਿਬ, ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਫਿਰ ਟਨ ਟਨ ਦੀ ਆਵਾਜ਼ ਸੁਣਦੀ ਆ, ਉਹਦੇ ਵਿੱਚ ਮੰਦਰ ਦੀ ਆਵਾਜ਼ ਆਉਂਦੀ ਹੈ, ਦਰਗਾਹ ਦੀ ਆਵਾਜ਼ ਆਉਂਦੀ ਹੈ, ਸਿੱਖ ਧਰਮ ਦੇ ਅਨੁਸਾਰ ਗੁਰੂ ਘਰ ਦੀ ਆਵਾਜ਼ ਆਉਂਦੀ ਹੈ। ਸੋ ਬੇਟਾ ਇੱਕ ਬੜਾ ਸਕੂਨ ਮਿਲਦਾ ਹੈ ਜਦੋਂ ਅਸੀਂ ਇਸ ਇਮਾਰਤ ਵਿੱਚੋਂ ਐਂਟਰ ਕਰਦੇ ਹਾਂ ਅਤੇ ਗੁਜ਼ਰਦੇ ਹਾਂ। ਸੋ ਬੇਟਾ ਉੱਥੇ ਇਸ ਚੀਜ਼ ਦਾ ਅਨੁਭਵ ਤੁਹਾਨੂੰ ਉੱਥੇ ਜਾ ਕੇ ਹੀ ਹੁੰਦਾ ਹੈ। ਸੋ ਅੱਗੇ ਹੈ ਬੇਟਾ ਸਵਾਲ ਨੰਬਰ ਹਾ। ਢੋਲ ਇਮਾਰਤ ਵਿੱਚ ਕੀ ਕੁਝ ਸ਼ਾਮਲ ਕੀਤਾ ਗਿਆ ਹੈ। ਉੱਪਰ ਬੇਟਾ ਕੁਐਸਚਨ ਸੀ ਜਿਹਦੇ ਵਿੱਚ ਕਿਸ਼ਤੀਨੁਮਾ ਇਮਾਰਤ ਹੈ, ਢੋਲ ਇਮਾਰਤ ਹੈ। ਹੁਣ ਅਗਲਾ ਜਿਹੜਾ ਸਵਾਲ ਹੈ ਢੋਲ ਇਮਾਰਤ ਬਾਰੇ ਸਾਨੂੰ ਜਾਣਕਾਰੀ ਪ੍ਰਦਾਨ ਕਰਦਾ ਹੈ। ਢੋਲ ਇਮਾਰਤ ਵਿੱਚ ਕੀ ਕੁਝ ਸ਼ਾਮਲ ਹੈ, ਆਓ ਜਾਣਦੇ ਹਾਂ। ਉੱਤਰ, ਢੋਲ ਇਮਾਰਤ ਵਿੱਚ ਇੱਕ ਓਂਕਾਰ ਨੂੰ 2462 ਜਗਦੇ ਮੋਤੀਨੁਮਾ ਤਾਰਿਆਂ ਦੀ ਮਦਦ ਨਾਲ ਰੂਪਮਾਨ ਕੀਤਾ ਗਿਆ ਹੈ। ਸੋ ਬੇਟਾ ਜਿਵੇਂ ਅਸੀਂ ਤੁਹਾਨੂੰ ਕਿਹਾ ਕਿ ਇਸ ਧਰਤੀ ਨੂੰ ਬਣਾਉਣ ਵਾਲਾ ਇੱਕ ਪ੍ਰਮਾਤਮਾ ਹੈ, ਇੱਕ ਓਂਕਾਰ, ਇੱਕ ਦੀ ਸਾਰੀ ਕਾਰ ਹੈ। ਸੋ ਬੇਟਾ ਉਸ ਢੋਲ ਇਮਾਰਤ ਦੇ ਵਿੱਚ ਜਦੋਂ ਅਸੀਂ ਐਂਟਰ ਕਰਦੇ ਹਾਂ ਅਤੇ ਬਿਲਕੁਲ ਕਾਲਾ ਕਾਲਾ ਜੋ ਇੱਕ ਅਸੀਂ ਕਹਿ ਲਈਏ ਬ੍ਰਹਿਮੰਡ ਨੂੰ ਸਿਰਜਿਆ ਗਿਆ ਹੈ। ਅਤੇ ਇਹਦੇ ਵਿੱਚ ਦੱਸਿਆ 2462 ਜਗਦੇ ਮੋਤੀਨੁਮਾ ਸਟਾਰਾਂ ਨਾਲ ਜਾਂ ਲਾ ਲਓ ਮੋਤੀਆਂ ਨਾਲ, ਲਾਈਟਾਂ ਨਾਲ ਇੱਕ ਓਂਕਾਰ ਨੂੰ ਬੇਟਾ ਉੱਥੇ ਦਰਸਾਇਆ ਗਿਆ ਹੈ। ਜਦੋਂ ਅਸੀਂ ਉਸ ਇਮਾਰਤ ਅੰਦਰ ਪ੍ਰਵੇਸ਼ ਕਰਦੇ ਹਾਂ ਤਾਂ ਜਿਹੜੀ ਰੌਸ਼ਨੀ ਆ ਸਾਰਿਆਂ ਪਾਸਿਆਂ ਤੋਂ ਬੰਦ ਹੋ ਜਾਂਦੀ ਹੈ ਅਤੇ ਸਾਨੂੰ ਇੰਝ ਲੱਗਦਾ ਹੈ ਕਿ ਅਸੀਂ ਕਿਸੇ ਹੋਰ ਦੁਨੀਆ ਵਿੱਚ ਆ ਗਏ ਹਾਂ। ਇੱਥੇ ਸੁਣਨਯੋਗ ਯੰਤਰਾਂ ਰਾਹੀਂ ਸਿੱਖ ਧਰਮ ਦੀਆਂ ਮੂਲ ਵਿਸ਼ੇਸ਼ਤਾਵਾਂ ਬਾਰੇ ਸੁਣਿਆ ਜਾ ਸਕਦਾ ਹੈ। ਜਿਵੇਂ ਬੇਟਾ ਤੁਹਾਨੂੰ ਦੱਸਿਆ ਸੀ ਈਅਰਫੋਨ ਜੋ ਹੈੱਡਫੋਨਾਂ ਦੀ ਤਰ੍ਹਾਂ ਤੁਹਾਨੂੰ ਲਗਾ ਕੇ ਮਸ਼ੀਨਾਂ ਦਿੱਤੀਆਂ ਜਾਂਦੀਆਂ ਨੇ, ਉਹਦੇ ਰਾਹੀਂ ਕਹਿੰਦੇ ਅਸੀਂ ਸਿੱਖ ਧਰਮ ਦੀ ਜਿਹੜੀ ਸੁਣਨਯੋਗ ਯੰਤਰਾਂ ਰਾਹੀਂ ਮੂਲ ਵਿਸ਼ੇਸ਼ਤਾਵਾਂ ਨੂੰ ਕੰਨਾਂ ਦੇ ਮਾਧਿਅਮ ਰਾਹੀਂ ਸੁਣ ਸਕਦੇ ਹਾਂ। ਸੋ ਅੱਗੇ ਹੈਗਾ ਬੇਟਾ 5 ਫੁੱਲ ਪੱਤੀ ਇਮਾਰਤ 'ਚ ਸਥਾਪਿਤ ਕੀਤੀਆਂ 5 ਗੈਲਰੀਆਂ ਕਿਹੜੇ ਸਿੱਖ ਗੁਰੂ ਸਾਹਿਬਾਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਸੋ ਉੱਪਰਲੇ ਸਵਾਲ ਨੂੰ ਅਸੀਂ ਫਿਰ ਨੀਚੇ ਖੋਲ੍ਹਦੇ ਹਾਂ ਕਿ 5 ਫੁੱਲੀ ਜਿਹੜੀ ਪੱਤੀ ਆ, 5 ਫੁੱਲ ਪੱਤੀ ਇਮਾਰਤ ਵਿੱਚ ਕੀ ਕੁਝ ਹੈ। ਸੋ ਆਓ ਉਸ ਇਮਾਰਤ ਬਾਰੇ ਵੀ ਤੁਹਾਨੂੰ ਜਾਣਨ ਨੂੰ ਮਿਲੇਗਾ ਇਸ ਸਵਾਲ ਦੇ ਉੱਤਰ ਦੇ ਵਿੱਚ ਕਿ ਇਸ ਇਮਾਰਤ ਵਿੱਚ ਸਥਾਪਿਤ ਗੈਲਰੀਆਂ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ, ਰਚਨਾ ਅਤੇ ਕੌਮ ਨੂੰ ਦੇਣ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸੋ ਬੇਟਾ ਇਸ ਇਮਾਰਤ ਵਿੱਚ ਜੋ 5 ਗੈਲਰੀਆਂ ਬਣਾਈਆਂ ਗਈਆਂ ਹਨ ਉਹਨਾਂ ਵਿੱਚ 5 ਪਾਤਸ਼ਾਹੀਆਂ ਦੀ ਜੋ ਸਿੱਖ ਧਰਮ ਨੂੰ ਜਾਂ ਪੂਰੀ ਮਾਨਵਤਾ ਨੂੰ, ਪੂਰੀ ਦੁਨੀਆ ਨੂੰ ਜੋ ਉਹਨਾਂ ਦੀ ਦੇਣ ਹੈ, ਭਾਵ ਉਹਨਾਂ ਨੇ ਜੋ ਪ੍ਰਾਪਤੀਆਂ ਕੀਤੀਆਂ, ਜੋ ਉਹਨਾਂ ਦੀ ਕੰਟਰੀਬਿਊਸ਼ਨ ਹੈ ਸਿੱਖ ਧਰਮ ਦੇ ਵਿੱਚ, ਜੋ ਉਹਨਾਂ ਦਾ ਯੋਗਦਾਨ ਹੈ ਬੇਟਾ ਉਸ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਅੱਗੇ ਹੈ ਪ੍ਰਸ਼ਨ ਨੰਬਰ ਕੱਖਾ। ਕ੍ਰੀਸੈਂਟ ਅਰਥਾਤ ਦੂਜ ਦੇ ਚੰਦ ਭਾਵ 14ਵੀਂ ਕਲਗੀਨੁਮਾ ਇਮਾਰਤ ਵਿੱਚ ਕਿਸੇ ਇੱਕ ਗੈਲਰੀ ਬਾਰੇ ਜਾਣਕਾਰੀ ਦਿਓ। ਹੁਣ ਬੇਟਾ ਜਿਹੜੀ ਇਹ ਚੰਦਨੁਮਾ ਜਾਂ ਕਲਗੀਨੁਮਾ ਇਮਾਰਤ ਆ ਇਹਦੇ ਵਿੱਚ ਕੀ ਕੁਝ ਹੈ, ਕਿਸੇ ਇੱਕ ਇਮਾਰਤ ਬਾਰੇ ਜਾਣਕਾਰੀ ਦੇਣੀ ਹੈ। ਸੋ ਉੱਪਰਲੇ ਸਵਾਲ ਨੂੰ ਅਸੀਂ ਫਿਰ ਇੱਥੇ ਆ ਕੇ ਕਲੀਅਰ ਕਰਦੇ ਹਾਂ ਜੋ ਅਸੀਂ ਉੱਪਰ ਪੜ੍ਹਿਆ ਸੀ। ਆਓ ਜਾਣਦੇ ਹਾਂ ਉੱਤਰ ਕਿ ਇਸ ਇਮਾਰਤ ਦੀ 14ਵੀਂ ਗੈਲਰੀ ਦਰਸ਼ਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੀਵੀ ਸੰਦੇਸ਼ ਤੋਂ ਜਾਣੂ ਕਰਵਾਉਂਦੀ ਹੈ। ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਵੇਰਵੇ ਵੱਖ-ਵੱਖ ਢੰਗਾਂ ਨਾਲ ਉਪਲਬਧ ਕਰਾਏ ਗਏ ਹਨ। ਸੋ ਬੇਟਾ ਇਸ ਗੈਲਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਅਤੇ 10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਬਹੁਤ ਸਾਰੀ ਜਿਹੜੀ ਜਾਣਕਾਰੀ ਉਹ ਪ੍ਰਦਾਨ ਕੀਤੀ ਗਈ ਹੈ। ਪ੍ਰਸ਼ਨ ਨੰਬਰ ਗੱਗਾ। ਵਿਰਾਸਤ-ਏ-ਖਾਲਸਾ ਵਿੱਚ ਦਰਸ਼ਕਾਂ ਲਈ ਕਿਹੜੇ
ਜਾਂ ਕਿਹੜੀ ਮਨਾਹੀ ਦੇ ਹੁਕਮ ਹਨ। ਮਨਾਹੀ ਹੁੰਦੀ ਹੈ ਬੇਟਾ ਰੋਕ, ਪ੍ਰਬੰਧ, ਲਿਮਿਟੇਸ਼ਨਸ, ਉੱਥੇ ਤੁਹਾਨੂੰ ਕਿਹੜੀਆਂ ਚੀਜ਼ਾਂ ਤੋਂ ਰੋਕਿਆ ਜਾਂਦਾ ਹੈ। ਆਓ ਜਾਣਦੇ ਹਾਂ। ਵਿਰਾਸਤ-ਏ ਖਾਲਸਾ ਵਿੱਚ ਦਰਸ਼ਕਾਂ ਨੂੰ ਕੈਮਰੇ, ਮੋਬਾਈਲ ਫੋਨ, ਹਥਿਆਰ, ਖਾਦ ਪਦਾਰਥ, ਥੈਲੇ, ਪਾਲਤੂ ਜਾਨਵਰ, ਸੰਗੀਤਕ ਯੰਤਰ, ਛਾਤਰੀ, ਕਲਾ ਕਿਰਤਾਂ ਨੂੰ ਹੱਥ ਲਾਉਣ ਅਤੇ ਨਸ਼ੇ ਦੀਆਂ ਚੀਜ਼ਾਂ ਲੈ ਕੇ ਜਾਣ ਦੀ ਮਨਾਹੀ ਹੈ। ਸੋ ਬੇਟਾ ਇਹ ਚੀਜ਼ਾਂ ਨੂੰ ਤੁਸੀਂ ਉਸ ਇਮਾਰਤ ਦੇ ਅੰਦਰ ਨਹੀਂ ਲਿਜਾ ਸਕਦੇ। ਮੋਬਾਈਲ ਫੋਨ ਤੁਸੀਂ ਆਪਣੀ ਜੇਬ 'ਚ ਪਾ ਕੇ ਰੱਖ ਸਕਦੇ ਹੋ, ਬਟ ਉਹਦੇ ਨਾਲ ਫੋਟੋਗ੍ਰਾਫੀ ਨਹੀਂ ਕਰ ਸਕਦੇ। ਇਮਾਰਤਾਂ ਦੇ ਵਿੱਚ ਜੋ ਵੀ ਚੀਜ਼ਾਂ ਰੱਖੀਆਂ ਗਈਆਂ ਹਨ ਉਸ ਨੂੰ ਅਸੀਂ ਛੂਹ ਨਹੀਂ ਸਕਦੇ, ਚੱਕ ਨਹੀਂ ਸਕਦੇ, ਉਸ ਨੂੰ ਕਿਸੇ ਵੀ ਪ੍ਰਕਾਰ ਨਾਲ ਅਸੀਂ ਨੁਕਸਾਨ ਨਹੀਂ ਪਹੁੰਚਾ ਸਕਦੇ। ਅਸੀਂ ਕੋਈ ਵੀ ਨਸ਼ਾ ਨਹੀਂ ਅੰਦਰ ਲੈ ਕੇ ਜਾ ਸਕਦੇ। ਪਾਲਤੂ ਜਾਨਵਰ ਭਾਵ ਕਈ ਅਸੀਂ ਕਹਿੰਦੇ ਕਿ ਸਾਡਾ ਡੌਗੀ ਨਾਲ ਜਾਊਗਾ, ਅਸੀਂ ਉਹਨਾਂ ਨੂੰ ਅੰਦਰ ਨਹੀਂ ਲੈ ਕੇ ਜਾ ਸਕਦੇ। ਖਾਣ ਪੀਣ ਕਈ ਵਿਅਕਤੀ ਲੇਜ਼ ਕੁਰਕਰੇ ਖਾ ਕੇ ਉੱਥੇ ਸੁੱਟ ਦਿੰਦੇ ਨੇ, ਗੰਦ ਪੈ ਜਾਂਦਾ। ਸੋ ਅਸੀਂ ਇਹ ਚੀਜ਼ਾਂ ਨੂੰ ਵੀ ਅੰਦਰ ਨਹੀਂ ਲੈ ਕੇ ਜਾ ਸਕਦੇ। ਥੈਲੇ ਭਾਵ ਕੋਈ ਚੀਜ਼ ਨਹੀਂ ਲੈ ਕੇ ਜਾ ਸਕਦੇ, ਕੋਈ ਬੰਦਾ ਚੱਕ ਕੇ ਉਹਦੇ ਵਿੱਚ ਕੋਈ ਚੀਜ਼ ਪਾ ਕੇ ਲੈ ਕੇ ਆ ਸਕਦਾ। ਸੰਗੀਤਕ ਭਾਵ ਅਸੀਂ ਆਪਣੇ ਕੋਈ ਮੋਬਾਈਲ 'ਤੇ ਗਾਣੇ ਨਹੀਂ ਵਜਾ ਸਕਦੇ। ਕੋਈ ਮਿਊਜ਼ਿਕ ਜੋ ਮਤਲਬ ਦੂਸਰੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਵੇ ਉਹਨੂੰ ਵੀ ਅਸੀਂ ਅੰਦਰ ਨਹੀਂ ਲੈ ਕੇ ਜਾ ਸਕਦੇ। ਛਾਤਰੀ ਭਾਵ ਕਿਤੇ ਕਿਸੇ ਚੀਜ਼ ਵਿੱਚ ਫਸ ਸਕਦੀ ਹੈ, ਐਸੀ ਕੋਈ ਚੀਜ਼ ਹੀ ਨਹੀਂ ਅੰਦਰ ਵੀ ਤੁਹਾਨੂੰ ਧੁੱਪ ਲੱਗੇ ਜਾਂ ਪਾਲਾ ਲੱਗੇ ਜਾਂ ਤੁਹਾਨੂੰ ਮੀਂਹ ਲੱਗੇ, ਛਾਤਰੀ ਲੈ ਕੇ ਜਾਣ ਦੀ ਵੀ ਮਨਾਹੀ ਹੈ। ਅਤੇ ਇਹ ਸਾਰੀਆਂ ਚੀਜ਼ਾਂ ਨੂੰ ਬੇਟਾ ਅੰਦਰ ਵਿਰਾਸਤ-ਏ ਖਾਲਸਾ ਦੇ ਵਿੱਚ ਲੈ ਕੇ ਜਾਣ ਦੀ ਮਨਾਹੀ ਹੈ। ਆਪ ਜੀ ਵੀ ਜੇ ਕਦੀ ਜਾਓ ਤਾਂ ਇਹਨਾਂ ਚੀਜ਼ਾਂ ਨੂੰ ਨਾਲ ਕਦੇ ਵੀ ਨਹੀਂ ਲੈ ਕੇ ਜਾਣਾ। ਸੋ ਅਗਲਾ ਅਸੀਂ ਪੜ੍ਹਦੇ ਹਾਂ ਕੁਐਸਚਨ ਨੰਬਰ ਘੱਗਾ। ਵਿਰਾਸਤ-ਏ ਖਾਲਸਾ 'ਚ ਭਵਿੱਖ ਦੀਆਂ ਗੈਲਰੀਆਂ ਵਿੱਚ ਕੀ ਕੁਝ ਦਰਸਾਏ ਜਾਣ ਦੀ ਤਜਵੀਜ਼ ਹੈ। ਵੀ ਭਵਿੱਖ ਦੀਆਂ ਗੈਲਰੀਆਂ ਵਿੱਚ ਵੀ ਆਉਣ ਵਾਲੇ ਸਮੇਂ 'ਚ ਬੇਟਾ ਅੱਜ ਜੇ ਤੁਸੀਂ ਜਾਓ ਵਿਰਾਸਤ-ਏ ਖਾਲਸਾ ਦਾ ਇੱਕ ਅਗਲਾ ਪਾਰਟ ਖੋਲ੍ਹ ਦਿੱਤਾ ਗਿਆ ਹੈ, ਜਿਹਦੇ ਵਿੱਚ ਜੇ ਤੁਸੀਂ ਅੱਜ ਤੋਂ 5 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਗਏ ਸੀ ਤਾਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਅਜੇ ਵੇਟਿੰਗ ਵਾਲੀ ਲਿਸਟ 'ਚ ਮਿਲਦੀਆਂ ਸਨ ਕਿ ਅਜੇ ਇਹਨਾਂ ਨੂੰ ਬਣਾਇਆ ਜਾਵੇਗਾ ਜਾਂ ਇਹ ਭਵਿੱਖ ਵਿੱਚ ਖੁੱਲ੍ਹਣਗੀਆਂ। ਆਓ ਜ਼ਿਕਰ ਕਰਦੇ ਹਾਂ ਕਿ ਇਹਨਾਂ ਭਵਿੱਖ ਦੀਆਂ ਗੈਲਰੀਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਹਿਸਟਰੀ ਬਾਰੇ ਤੁਹਾਨੂੰ ਜਾਣਕਾਰੀ ਮਿਲਣੀ ਹੈ, ਸਿੱਖ ਮਿਸਲਾਂ ਬਾਰੇ, ਰਿਆਸਤੀ ਰਾਜ ਕਿਹੜੇ ਸਨ, ਸੁਤੰਤਰਤਾ ਸੰਗਰਾਮ ਲਈ ਅੰਦੋਲਨ ਅਤੇ ਸੱਭਿਆਚਾਰਕ ਤਬਦੀਲੀਆਂ ਨੂੰ ਦਰਸਾਏ ਜਾਣ ਦੀ ਤਜਵੀਜ਼ ਹੈ ਕਿ ਭਵਿੱਖ ਦੇ ਵਿੱਚ ਬੇਟਾ ਇਹਨਾਂ ਚੀਜ਼ਾਂ ਨੂੰ ਵੀ ਇਸ ਵਿਰਾਸਤ-ਏ ਖਾਲਸਾ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ। ਸੋ ਬੇਟਾ ਇਹਦੇ ਵਿੱਚੋਂ ਬਹੁਤ ਸਾਰਾ ਕੁਝ ਅੱਜ ਦੇ ਸਮੇਂ ਦੇ ਵਿੱਚ ਉੱਥੇ ਦੁਆਰਾ ਜਿਹੜੀਆਂ ਚੀਜ਼ਾਂ ਦੀ ਰਿਕੁਆਇਰਮੈਂਟ ਸੀ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਹੁਤ ਕੁਝ ਨਵਾਂ ਉੱਥੇ ਹੋਰ ਐਡ ਕਰ ਲਿਆ ਗਿਆ, ਰੱਖ ਲਿਆ ਗਿਆ ਦਿਖਾਉਣ ਲਈ ਉੱਥੇ ਸੁਸ਼ੋਭਿਤ ਬਹੁਤ ਸਾਰੀਆਂ ਚੀਜ਼ਾਂ ਨੂੰ ਕੀਤਾ ਗਿਆ ਹੈ। ਸੋ ਭਵਿੱਖ ਦੇ ਵਿੱਚ ਵਿਰਾਸਤ-ਏ ਖਾਲਸਾ ਦੇ ਵਿੱਚ ਸਿੱਖ ਵਿਰਾਸਤ ਨੂੰ ਪ੍ਰਮੋਟ ਕਰਨ ਲਈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਵੇਗਾ। ਸੋ ਬੇਟਾ ਇੱਥੇ ਇਹ ਹੈ ਕਿ ਕੀ ਕੁਝ ਅਜੇ ਹੋਰ ਉਹਦੇ ਵਿੱਚ ਅਸੀਂ ਬਣਿਆ ਹੋਇਆ ਦੇਖਾਂਗੇ। ਸੋ ਇਹ ਸੀਗਾ ਲਾਸਟ ਕੁਐਸਚਨ। ਆਓ ਅਸੀਂ ਪੜ੍ਹਦੇ ਹਾਂ ਕਿ ਵਾਕਾਂ ਵਿੱਚ ਵਰਤੋਂ। ਤ੍ਰੈ ਸ਼ਤਾਬਦੀ ਇਹਨੂੰ ਬੋਲਦੇ ਨੇ 300 ਸਾਲ ਬੀਤਣ 'ਤੇ। ਇਹਨੂੰ ਅਸੀਂ ਜੇ ਵਾਕ ਬਣਾਉਣਾ ਹੋਵੇ ਅਸੀਂ ਕਿੱਦਾਂ ਬਣਾਵਾਂਗੇ ਕਿ 13 ਅਪ੍ਰੈਲ 1999 ਨੂੰ ਖਾਲਸੇ ਦੇ ਜਨਮ ਦੀ ਤ੍ਰੈ ਸ਼ਤਾਬਦੀ ਮਨਾਈ ਗਈ। ਵੀ 300 ਸਾਲ ਕਿਸੇ ਲਈ ਵੀ ਤੁਸੀਂ ਮੰਨ ਸਕਦੇ ਹੋ ਵੀ ਜਦੋਂ ਕਿਸੇ ਚੀਜ਼ ਨੂੰ ਹੋਇਆ 300 ਸਾਲ ਹੋ ਜਾਣ ਉਸ ਨੂੰ ਤ੍ਰੈ ਸ਼ਤਾਬਦੀ ਬੋਲਦੇ ਹਾਂ। ਅੱਗੇ ਹੈ ਰੂਪ ਰੇਖਾ ਨਕਸ਼ਾ। ਵਿਰਾਸਤ-ਏ ਖਾਲਸਾ ਦੀ ਰੂਪ ਰੇਖਾ ਮੋਸੇ ਸੈਫਦੀ ਨੇ ਤਿਆਰ ਕੀਤੀ ਹੈ। ਬੇਟਾ ਨਾਮ ਆ ਮੋਸੇ, ਜਿਵੇਂ ਸਮੋਸਾ ਲਿਖਦੇ ਹਾਂ, ਮੋਸੇ ਸੈਫਦੀ ਨੇ ਤਿਆਰ ਕੀਤੀ। ਰੂਪ ਰੇਖਾ ਕਿਹਨਾਂ ਨੇ ਬਣਾਇਆ, ਇਹਦਾ ਨਕਸ਼ਾ ਕਿਹਨਾਂ ਨੇ ਬਣਾਇਆ। ਅਗਲਾ ਹੈ 3 ਨੰਬਰ ਦਿਸ਼ਾ ਨਿਰਦੇਸ਼। ਇਹ ਤੋਂ ਭਾਵ ਹੁੰਦਾ ਅਗਵਾਈ। ਅਸੀਂ ਆਪਣੇ ਕਪਤਾਨ ਦੇ ਦਿਸ਼ਾ ਨਿਰਦੇਸ਼ ਵਿੱਚ ਟੂਰਨਾਮੈਂਟ ਜਿੱਤ ਗਏ। ਦਿਸ਼ਾ ਨਿਰਦੇਸ਼ ਹੁੰਦੀ ਹੈ ਅਗਵਾਈ। ਅਗਵਾਈ ਹੁੰਦੀ ਹੈ ਕਿਸੇ ਦੇ ਅੱਗੇ ਲੱਗ ਕੇ ਕੰਮ ਕਰਨਾ, ਦੂਸਰੇ ਨੂੰ ਫੋਲੋ ਕਰਦੇ ਹਨ। ਫੁੱਲ ਪੱਤੀ ਇਹਦਾ ਭਾਵ ਹੈ ਇਮਾਰਤ ਦਾ ਨਾਮ। ਉਹ ਕਿਸੇ ਫੁੱਲ ਦੀ ਪੱਤੀ ਨੂੰ ਵੀ ਅਸੀਂ ਕਹਿ ਸਕਦੇ ਹਾਂ। ਵਿਰਾਸਤ-ਏ ਖਾਲਸਾ ਵਿੱਚ 5 ਫੁੱਲ ਪੱਤੀ ਇਮਾਰਤ ਹੈ। ਇੱਕ ਐਸੀ ਇਮਾਰਤ ਹੈ ਜਿਹਦੇ 5 ਪੱਤੀਆਂ ਬਣਾਈਆਂ ਗਈਆਂ ਨੇ। ਅੱਗੇ ਹੈ ਅੰਧ ਵਿਸ਼ਵਾਸ। ਬਿਨਾਂ ਸੋਚੇ ਸਮਝੇ ਵਿਸ਼ਵਾਸ ਰੱਖਣਾ, ਦਿਨਾਂ ਅਨੁਸਾਰ ਕੰਮ ਕਰਨਾ ਨਿਰਾ ਅੰਧ ਵਿਸ਼ਵਾਸ ਹੈ ਕਿ ਅੱਜ ਵੀਰਵਾਰ ਹੈ, ਅੱਜ ਐਂ ਕਰਨਾ ਹੈ, ਕੱਲ੍ਹ ਮੰਗਲਵਾਰ ਸੀ ਜਾਂ ਬੁੱਧਵਾਰ ਸੀ ਜਾਂ ਅਸੀਂ
ਵੀਰਵਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਇਹ ਕੰਮ ਨਹੀਂ ਕਰਨਾ, ਜਾਂ ਵਾਰ ਨੂੰ ਇਹ ਕੰਮ ਕਰਾਂਗੇ, ਜਾਂ ਐਤਵਾਰ ਨੂੰ ਇਹ ਕੰਮ ਨਹੀਂ ਕਰਨਾ। ਇੱਦਾਂ ਦਾ ਵਿਸ਼ਵਾਸ ਬਣਾਉਣਾ ਅੰਧ ਵਿਸ਼ਵਾਸ ਹੈ। ਅੱਗੇ ਹੈ ਤਾਰਾ ਮੰਡਲ, ਤਾਰਿਆਂ ਦਾ ਸੰਗ੍ਰਹਿ। ਅਸੀਂ ਸਾਇੰਸ ਸਿਟੀ ਵਿੱਚ ਤਾਰਾ ਮੰਡਲ ਦਾ ਮਾਡਲ ਵੇਖਿਆ। ਸੋ ਇਹ ਸਨ ਬੇਟਾ ਵਾਕਾਂ ਵਿੱਚ ਵਰਤੋਂ ਵਾਲੇ ਵਾਕ। ਸੋ ਆਓ ਅੱਗੇ ਪੜ੍ਹਦੇ ਹਾਂ। ਕੰਧ ਚਿੱਤਰ, ਕੰਧਾਂ ਉੱਤੇ ਬਣੇ ਰੰਗਦਾਰ ਚਿੱਤਰ। ਪੁਰਾਤਨ ਘਰਾਂ ਵਿੱਚ ਕੰਧ ਚਿੱਤਰ ਬਣਾਉਣ ਦਾ ਬਹੁਤ ਰਿਵਾਜ ਸੀ। ਪੁਰਾਣੇ ਘਰਾਂ ਵਿੱਚ ਬੇਟਾ ਕੰਧ 'ਤੇ ਚਿੱਤਰ ਬਣਾਏ ਜਾਂਦੇ ਸਨ। ਅੱਗੇ ਹੈ ਰੱਖ ਰਖਾਅ। ਰੱਖ ਰਖਾਅ ਤੋਂ ਭਾਵ ਹੁੰਦਾ ਹੈ ਸਾਂਭ ਸੰਭਾਲ। ਪੁਰਾਤਨ ਅਤੇ ਇਤਿਹਾਸਿਕ ਇਮਾਰਤਾਂ ਨੂੰ ਰੱਖ ਰਖਾਅ ਦੀ ਬਹੁਤ ਜ਼ਰੂਰਤ ਹੈ। ਨੌਵਾਂ ਹੈ ਸਵੈ ਇੱਛਾ। ਇਸ ਤੋਂ ਭਾਵ ਹੁੰਦਾ ਹੈ ਨਿੱਜੀ ਮਰਜ਼ੀ। ਮੈਂ ਆਪਣੀ ਸਵੈ ਇੱਛਾ ਨਾਲ ਅੰਮ੍ਰਿਤ ਛਕਣ ਦਾ ਫੈਸਲਾ ਕੀਤਾ ਹੈ। ਅਗਲਾ ਹੈ 10 ਨੰਬਰ ਕੋਮਲ ਕਲਾਵਾਂ। ਸਹਿਜ ਸਵਾਦ ਦੇਣ ਵਾਲੀਆਂ ਕਿਰਤਾਂ। ਬੁੱਤਕਾਰੀ ਅਤੇ ਚਿੱਤਰਕਾਰੀ ਕੋਮਲ ਕਲਾਵਾਂ ਮੰਨੀਆਂ ਜਾਂਦੀਆਂ ਹਨ। ਸੋ ਬੇਟਾ ਇਹਨਾਂ ਨੂੰ ਬੜਾ ਸੌਫਟ ਅਸੀਂ ਇਹ ਕਹਿੰਦੇ ਹਾਂ ਕਿ ਮਨ ਦੀ ਸ਼ਾਂਤੀ ਲਈ, ਆਪਣੀ ਰੀਝ ਲਈ, ਆਪਣੇ ਦਿਲ ਦੇ ਅੰਦਰੋਂ ਨਿਕਲੀਆਂ ਹੋਈਆਂ ਜੋ ਤੁਹਾਡੀਆਂ ਭਾਵਨਾਵਾਂ ਨੇ ਉਹਨਾਂ ਦੇ ਮੁਤਾਬਕ ਕੰਮ ਕਰਨਾ ਇਸ ਕੋਮਲ ਕਲਾਵਾਂ ਦੇ ਅੰਦਰ ਆਉਂਦਾ ਹੈ। ਇਹ ਆਮ ਬੰਦੇ ਦੀ ਖੇਡ ਨਹੀਂ ਹੈ, ਆਮ ਬੰਦੇ ਦੀ ਵੱਸ ਦੀ ਗੱਲ ਨਹੀਂ ਹੈ। ਸੋ ਅੱਗੇ ਹਨ ਬੇਟਾ ਖਾਲਿਸਤਾਨ। ਵਿਰਾਸਤ-ਏ ਖਾਲਸਾ ਦੀ ਰੂਪ ਰੇਖਾ ਨੇ ਤਿਆਰ ਕੀਤੀ। ਅਸੀਂ ਬੇਟਾ ਉੱਪਰ ਹੁਣੀ ਪੜ੍ਹਿਆ ਮੋਸੇ ਸੈਫਦੀ ਨੇ। ਸਵਾਲ ਨੰਬਰ 2 ਵਿਰਾਸਤ-ਏ ਖਾਲਸਾ 'ਚੋਂ ਫੈਲਿਆ ਹੋਇਆ ਹੈ। ਉੱਤਰ ਹੈ 120 ਏਕੜ ਵਿੱਚ ਫੈਲਿਆ ਹੋਇਆ ਹੈ। ਵਿਰਾਸਤ-ਏ ਖਾਲਸਾ 'ਚ ਹਰੇਕ ਡੈਸ਼ ਹੈ ਸੋਮਵਾਰ ਦੀ ਛੁੱਟੀ ਹੁੰਦੀ ਹੈ। ਸੋ ਬੱਚੇ ਤੁਸੀਂ ਨੇ ਵੀ ਕਦੇ ਜਾਣਾ ਹੋਵੇ ਤਾਂ ਤੁਸੀਂ ਸੋਮਵਾਰ ਵਾਲੇ ਦਿਨ ਉੱਥੇ ਨਹੀਂ ਜਾਣਾ, ਕਿਉਂਕਿ ਉਸ ਦਿਨ ਉੱਥੇ ਛੁੱਟੀ ਹੁੰਦੀ ਹੈ। ਸੰਡੇ ਨੂੰ ਤੁਸੀਂ ਜਾ ਸਕਦੇ ਹੋ। ਸੰਡੇ ਨੂੰ ਬੇਟਾ ਬਹੁਤ ਸਾਰੇ ਲੋਕ ਆਉਂਦੇ ਨੇ, ਫਿਰ ਮੰਡੇ ਨੂੰ ਉੱਥੇ ਸਾਫ ਸਫਾਈ ਕੀਤੀ ਜਾਂਦੀ ਹੈ। 4 ਨੰਬਰ ਵਿਰਾਸਤ-ਏ ਖਾਲਸਾ 'ਚ ਪੱਛਮੀ ਹਿੱਸੇ ਦੀਆਂ ਇਮਾਰਤਾਂ ਨੂੰ 165 ਮੀਟਰ ਲੰਮਾ ਪੁਲ ਪੂਰਬੀ ਹਿੱਸੇ ਨਾਲ ਜੋੜਦਾ ਹੈ। ਸੋ ਬੇਟਾ ਦੋਵੇਂ ਇਮਾਰਤਾਂ ਨੂੰ ਜਦੋਂ ਅਸੀਂ ਦਰਬਾਰ ਸਾਹਿਬ ਤੋਂ ਇਮਾਰਤ 'ਚ ਐਂਟਰ ਹੁੰਦੇ ਹਾਂ ਤਾਂ 165 ਮੀਟਰ ਦਾ ਜਿਹੜਾ ਪੁਲ ਹੈ ਉਹ ਦੋਵੇਂ ਇਮਾਰਤਾਂ ਨੂੰ ਆਪਸ ਵਿੱਚ ਜੋੜਦਾ ਹੈ। ਅੱਗੇ ਹੈ ਠੀਕ ਗਲਤ। ਵਿਰਾਸਤ-ਏ ਖਾਲਸਾ ਦਰਸ਼ਕਾਂ ਲਈ ਸਾਰਾ ਸਾਲ ਖੁੱਲ੍ਹਾ ਰਹਿੰਦਾ ਹੈ। ਉੱਤਰ ਹੈ ਠੀਕ ਜਾਂ ਗਲਤ। ਇਸ ਦੀ ਚੋਣ ਕਰਨੀ ਹੈ। ਉੱਤਰ ਹੈ ਗਲਤ, ਕਿਉਂਕਿ ਬੇਟਾ ਅਸੀਂ ਹੁਣੀ ਕਿਹਾ ਕਿ ਸੋਮਵਾਰ ਨੂੰ ਇਹ ਬੰਦ ਹੁੰਦਾ ਹੈ। ਸਵਾਲ ਨੰਬਰ 2 ਵਿਰਾਸਤ-ਏ ਖਾਲਸਾ ਦੀ ਬਿਹਤਰੀ ਅਤੇ ਤਰੱਕੀ ਲਈ ਆਮ ਲੋਕ ਵੀ ਦਾਨ ਕਰ ਸਕਦੇ ਹਨ। ਉੱਤਰ ਠੀਕ ਜਾਂ ਗਲਤ। ਇਹਦਾ ਉੱਤਰ ਹੈ ਠੀਕ। ਵਿਰਾਸਤ-ਏ ਖਾਲਸਾ ਬੇਟਾ ਇਹ ਸਾਰੇ ਲੋਕਾਂ ਦੀ ਵਿਰਾਸਤ-ਏ ਇਮਾਰਤ ਹੈ ਜਿਹੜੀ ਖਾਲਸਾ ਬਣਾਈ ਗਈ ਆ। ਇਹਨੂੰ ਕੋਈ ਵੀ ਵਿਅਕਤੀ ਇਹਦੀ ਦੇਖ ਰੇਖ ਵਿੱਚ, ਇਹਨੂੰ ਸੋਹਣਾ ਬਣਾਉਣ ਦੇ ਵਿੱਚ, ਇਹਦੀ ਉਸਾਰੀ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਉਹ ਪਾ ਸਕਦਾ ਹੈ। ਸਵਾਲ ਨੰਬਰ 3 ਵਿਰਾਸਤ-ਏ ਖਾਲਸਾ 'ਚ ਦੂਜੇ ਪੜਾਅ ਤਹਿਤ ਬਹੁਤ ਕੁਝ ਨਵਾਂ ਜੋੜਨ ਦੀ ਤਜਵੀਜ਼ ਹੈ। ਇਹਦਾ ਉੱਤਰ ਠੀਕ ਹੈ। ਭਾਵੀ ਵਿਰਾਸਤ-ਏ ਖਾਲਸਾ ਦੀ ਜਿਹੜੀ ਦੂਸਰੀ ਪੜਾਅ ਜਾਂ ਅਸੀਂ ਕਹਿ ਸਕਦੇ ਹਾਂ ਵੀ ਦੂਸਰੇ ਭਾਗ ਦੇ ਵਿੱਚ ਕੀ ਹੋਏਗਾ, ਉਹਦੇ ਵਿੱਚ ਬਹੁਤ ਕੁਝ ਨਵਾਂ ਜੋੜਨ ਲਈ ਪਲੈਨਿੰਗ ਕੀਤੀ ਗਈ ਹੈ। ਸੋ ਇਹ ਬੇਟਾ ਜਿਹੜਾ ਗੱਲ ਹੈ ਇਹਨੂੰ ਅਸੀਂ ਠੀਕ ਮੰਨਾਂਗੇ। ਸੋ ਇਹ ਸਨ ਬੇਟਾ ਠੀਕ ਗਲਤ, ਫਿਲਿਪਸ, ਕੁਝ ਵਾਕ ਅਤੇ ਵਾਕਾਂ ਤੋਂ ਬਿਨਾਂ ਉੱਪਰ ਅਸੀਂ ਕੁਐਸਚਨ ਆਨਸਰ ਕਰੇ ਹਨ। ਸੋ ਆਸ ਕਰਦੇ ਹਾਂ ਕਿ ਜਿਹੜੇ ਵਿਦਿਆਰਥੀਆਂ ਨੇ ਇਹਨਾਂ ਸਵਾਲਾਂ ਦੇ ਰਾਹੀਂ ਇਸ ਚੈਪਟਰ ਬਾਰੇ ਕੁਝ ਜਾਣਕਾਰੀ ਜ਼ਰੂਰ ਹਾਸਲ ਕੀਤੀ ਗਈ ਹੋਵੇਗੀ। ਸੋ ਆਪਣੇ ਵਿਰਸੇ ਅਤੇ ਵਿਰਾਸਤ ਬਾਰੇ ਹੋਰ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਆਪ ਜੀ ਜੁੜੇ ਰਹੋ ਇਸ ਵਿਰਾਸਤ-ਏ ਖਾਲਸਾ ਚੈਪਟਰ ਨਾਲ ਅਤੇ ਆਪਣੀ ਵਿਰਾਸਤ ਨਾਲ। ਸੋ ਆਪਣੇ 7ਵੀਂ ਜਮਾਤ ਦੇ ਪੰਜਾਬੀ ਪਾਠ ਪੁਸਤਕ ਅਤੇ ਵਿਆਕਰਨ ਨਾਲ ਸੰਬੰਧਿਤ ਜਾਣਕਾਰੀ ਹਾਸਲ ਕਰਨ ਲਈ ਆਪ ਜੀ ਹਮੇਸ਼ਾ ਸਾਡੇ ਨਾਲ ਜੁੜੇ ਰਹੋ ਆਪਣੇ ਚੈਨਲ ਦੇ ਉੱਪਰ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਅੱਜ ਦੀ ਵਿਰਾਸਤ-ਏ ਖਾਲਸਾ ਚੈਪਟਰ ਨਾਲ ਸੰਬੰਧਿਤ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ ਐਂਡ ਸਤਿ ਸ਼੍ਰੀ ਅਕਾਲ।